तेरे कवन कवन गुण कह कह गावां, तू साहिब गुणी निधाना। तुमरी महिमा बरन ना साकों, तू ठाकुर ऊच भगवाना। तुमरी शरण तुम्हारी आसा, तुम ही सजन सुहेले। राखो राखण हार दयाला, नानक करके गोले। जगत गुरु धन 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ। ਅੱਜ 6ਵੀਂ ਪੌੜੀ ਤੋਂ ਵਿਚਾਰ ਆਰੰਭ ਹੋਣ ਜਾ ਰਹੀ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਰਸ ਭਿੰਨੀ ਆਵਾਜ਼ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਰ ਮਨੁੱਖ ਨੂੰ ਪ੍ਰੇਰਨਾ ਦਿੱਤੀ ਕਿ ਉਹ ਸਚਿਆਰ ਬਣ ਜਾਏ। ਜਦੋਂ ਕੋਈ ਰੱਬੀ ਗੁਣਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰ ਦਿੰਦਾ ਹੈ, ਰੱਬੀ ਨਿਯਮਾਂ ਦੇ ਵਿੱਚ ਆ ਕੇ ਉਹਦਾ ਜੀਵਨ ਸਚਿਆਰ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਅੱਜ ਸਾਡੇ ਜੀਵਾਂ ਤੇ ਮਿਹਰਮਤ ਕਰ ਰਹੇ ਹਨ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ। ਬਹੁਤ ਲੋਕਾਂ ਨੇ ਸੋਚਿਆ ਕਿ ਸਚਿਆਰ ਬਣਨ ਦੇ ਤਰੀਕੇ ਬਹੁਤ ਨੇ। ਤੀਰਥ ਇਸ਼ਨਾਨ ਕਰਕੇ ਅਸੀਂ ਸਚਿਆਰ ਹੋ ਸਕਦੇ ਹਾਂ। ਅਨੇਕਾਂ ਤਰ੍ਹਾਂ ਦੇ ਤਰੀਕੇ ਅਪਣਾਏ ਗਏ ਸਚਿਆਰ ਹੋਣ ਵਾਸਤੇ। ਗੁਰੂ ਜੀ ਇੱਥੇ ਆਖਦੇ ਨੇ ਤੀਰਥ ਨਾਵਾਂ ਜੇ ਤਿਸ ਭਾਵਾਂ, ਜੇ ਰੱਬ ਨੂੰ ਭਾ ਜਾਵਾਂ, ਚੰਗਾ ਲੱਗਾ ਮੈਂ ਤਾਂ ਤੀਰਥ ਤੇ ਨਾਵਾਂ, ਤਾਂ ਇਸ਼ਨਾਨ ਕਰਾਂ ਜੇ ਉਹਦੀ ਪ੍ਰਸੰਨਤਾ ਨਹਾ ਕੇ ਹਾਸਲ ਕਰ ਸਕਾਂ। ਨਹਾ ਕੇ ਆਤਮਿਕ ਤੌਰ ਤੇ ਸੁੱਚਤਾ ਕਦੀ ਆਉਂਦੀ ਨਹੀਂ। ਵਿਣ ਭਾਣੇ ਕੇ ਨਾਏ ਕਰੀ, ਜੇ ਮੈਂ ਉਹਦੇ ਭਾਣੇ 'ਚ ਨਹੀਂ ਆ ਸਕਦਾ, ਉਹਦੀ ਰਜ਼ਾ ਵਿੱਚ ਨਹੀਂ ਆ ਸਕਦਾ, ਫਿਰ ਕੀ ਕਰਾਂ ਨਹਾ ਕੇ। ਸਰੀਰਕ ਤੌਰ ਤੇ ਸਫਾਈ ਹੋ ਜਾਏਗੀ, ਪਰ ਮਨ ਦੀ ਸੁੱਚਤਾ ਨਹਾ ਕੇ ਨਹੀਂ ਆਉਂਦੀ। ਜੇ ਤੀਰਥ ਇਸ਼ਨਾਨ ਕਰਨ ਨਾਲ ਮਨ ਦੀ ਸੁੱਚਤਾ ਆ ਜਾਂਦੀ ਤੇ ਜਿੰਨੇ ਰਾਜਨੀਤਿਕ ਲੀਡਰ ਆਦਿਕ ਨੇ ਉਹ ਸਾਰੇ ਇਸ਼ਨਾਨ ਕਰ ਹੀ ਰਹੇ ਨੇ। ਉਹ ਸਾਰੇ ਸੱਚੇ ਸੁੱਚੇ ਹੋ ਜਾਣੇ ਚਾਹੀਦੇ ਸਨ। ਉਹਨਾਂ ਸਾਰਿਆਂ ਨੂੰ ਆਪਣੇ ਦੇਸ਼ ਦੇ ਵਿੱਚ, ਆਪਣੇ ਰਾਜ ਵਿੱਚ ਸਾਰੇ ਬੁਰੇ ਕੰਮ ਬੰਦ ਕਰ ਦੇਣੇ ਚਾਹੀਦੇ ਸਨ। ਉਹਨਾਂ ਨੂੰ ਨਸ਼ੇ ਬੰਦ ਕਰਾ ਦੇਣੇ ਚਾਹੀਦੇ ਸਨ, ਜੂਏ ਦੇ ਅੱਡੇ ਬੰਦ ਕਰਾ ਦੇਣੇ ਚਾਹੀਦੇ ਸਨ। ਉਹਨਾਂ ਨੂੰ ਆਪਣੇ ਇਸ ਰਾਜ ਵਿੱਚ ਰਿਸ਼ਵਤਖੋਰੀ ਬੰਦ ਕਰਾ ਦੇਣੀ ਚਾਹੀਦੀ ਸੀ। ਜਾਤੀਵਾਦ, ਨੇਰ ਤੇਰ ਦੇ ਵਿਤਕਰੇ ਬੰਦ ਕਰਾ ਦੇਣੇ ਚਾਹੀਦੇ ਸਨ। ਪਰ ਇਸ਼ਨਾਨ ਕਰ ਰਹੇ ਨੇ, ਅੰਦਰ ਦੀ ਸੁੱਚਤਾ ਨਹੀਂ ਆਈ। ਧਾਰਮਿਕ ਤੌਰ ਤੇ ਲੋਕ ਲੜ ਰਹੇ ਨੇ ਗੱਦੀਆਂ ਦੇ ਪਿੱਛੇ, ਇੱਕ ਦੂਜੇ ਚੇਲੇ ਖੋਹ ਰਹੇ ਨੇ, ਆਪਣੇ ਚੇਲੇ ਵਧਾ ਰਹੇ ਨੇ, ਔਰ ਗੱਦੀਆਂ ਦੀ ਖਾਤਰ ਲੜ ਰਹੇ ਨੇ, ਇੱਕ ਦੂਜੇ ਦੇ ਸਿਰ ਪਾੜ ਰਹੇ ਨੇ। ਉਹਨਾਂ ਵਿੱਚ ਤੇ ਦਇਆ ਵੀ ਨਹੀਂ ਆਈ। ਧਰਮ ਕਿੱਥੋਂ ਆਏਗਾ? ਕਿਉਂਕਿ ਧਰਮ ਤੇ ਦਇਆ ਦਾ ਪੁੱਤਰ ਹੈ ਨਾ। ਧੌਲ ਧਰਮ ਦਇਆ ਕਾ ਪੂਤ। ਇਸ਼ਨਾਨ ਤੇ ਉਹ ਵੀ ਕਰ ਰਹੇ ਨੇ, ਧਰਮ ਤੇ ਉਹਨਾਂ ਦੀ ਜ਼ਿੰਦਗੀ 'ਚ ਵੀ ਪੈਦਾ ਨਹੀਂ ਹੋਇਆ। ਮਾਨਸਿਕ ਤੌਰ ਤੇ, ਆਤਮਿਕ ਤੌਰ ਤੇ ਪਵਿੱਤਰ ਨਹੀਂ ਬਣ ਸਕੇ। ਗੁਰੂ ਜੀ ਨੇ ਬਾਣੀ 'ਚ ਬਚਨ ਕੀਤਾ, ਜੇ ਤੀਰਥ ਤੇ ਇਸ਼ਨਾਨ ਕਰਨ ਦੇ ਨਾਲ ਕੋਈ ਮਾਨਸਿਕ ਤੌਰ ਤੇ, ਆਤਮਿਕ ਤੌਰ ਤੇ ਸੁੱਚਾ ਹੋ ਸਕਦਾ ਹੁੰਦਾ ਤੇ ਜਿੰਨੇ ਵੀ ਤੀਰਥਾਂ ਤੇ ਰਹਿਣ ਵਾਲੇ ਡੱਡੂ ਤੇ ਮੱਛੀਆਂ, ਉਹ ਸਾਰੇ ਸਵਰਗਾਂ 'ਚ ਉੜਦੇ ਨਜ਼ਰ ਆਉਣੇ ਸਨ। ਸਾਰੇ ਧਰਮੀ ਹੋ ਜਾਣੇ ਸਨ। ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇਂ। ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੇਂ। ਤੀਰਥਾਂ ਦੇ ਇਸ਼ਨਾਨ ਨਾਲ ਸਰੀਰ ਭਾਵੇਂ ਸਾਫ਼ ਹੋ ਜਾਏ, ਪਰ ਮਨ ਸੁੱਚਾ ਨਹੀਂ ਹੁੰਦਾ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੈ ਮਨ ਅੱਛਾ ਨਾ ਹੋਏ। ਤਨ ਦੇ ਧੋਣ ਨਾਲ ਮਨ ਅੱਛਾ ਨਹੀਂ ਹੁੰਦਾ। ਇਸ ਕਰਕੇ ਜੇ ਮੈਂ ਉਹਦੇ ਭਾਣੇ, ਉਹਦੀ ਰਜ਼ਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਨਾ ਕਿ, ਫਿਰ ਐਸੇ ਇਸ਼ਨਾਨ ਦਾ ਲਾਭ ਕੀ ਹੈ? ਫਿਰ ਤੇ ਮੈਂ ਉਸ ਤੀਰਥ ਤੇ ਇਸ਼ਨਾਨ ਕਰਾਂ ਜਿੱਥੇ ਮੈਂ ਰੱਬੀ ਗਿਆਨ ਨਾਲ ਜੁੜ ਜਾਂਦਾ ਹਾਂ। ਤੀਰਥ ਨਾਵਣ ਜਾਉ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਜਦੋਂ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹਾਂ, ਮੇਰੇ ਅੰਦਰ ਗਿਆਨ ਦਾ ਤੀਰਥ ਪ੍ਰਗਟ ਹੋ ਜਾਂਦਾ ਹੈ, ਜਿਹਦੇ 'ਚ ਇਸ਼ਨਾਨ ਕਰਕੇ ਮੈਂ ਪਾਪਾਂ ਤੋਂ ਮੁਕਤ ਹੋ ਜਾਂਦਾ। ਮੇਰੇ ਵਿਕਾਰ ਖਤਮ ਹੋ ਜਾਂਦੇ ਨੇ। ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੈ ਲਈ। ਜਿੰਨੀ ਵੀ ਸ੍ਰਿਸ਼ਟੀ ਮੈਂ ਪੈਦਾ ਕੀਤੀ ਹੋਈ ਵੇਖਦਾ ਹਾਂ, ਇਸ ਸ੍ਰਿਸ਼ਟੀ ਦੇ ਵਿੱਚ ਇੱਕ ਨਿਯਮ ਹੈ, ਬਿਨਾਂ ਕਰਮਾਂ ਤੋਂ ਕਿਸੇ ਨੂੰ ਕੁਛ ਨਹੀਂ ਮਿਲਦਾ। ਵਿਣ ਕਰਮਾਂ ਕੇ ਮਿਲੈ ਲਈ। ਕਿਸੇ ਨੂੰ ਬਿਨਾਂ ਕਰਮਾਂ ਤੋਂ ਕੁਛ ਪ੍ਰਾਪਤ ਹੋਇਆ ਹੈ, ਇੱਥੇ ਕੁਛ ਕਰਨਾ ਪੈਂਦਾ ਹੈ ਹਾਸਲ ਕਰਨ ਲਈ। ਬਿਨਾਂ ਕਰਮ ਕੀਤੇ ਕੁਛ ਨਹੀਂ ਹਾਸਲ ਹੁੰਦਾ। ਇਸ ਸ੍ਰਿਸ਼ਟੀ ਦੇ ਵਿੱਚ ਆਦਰ ਮਾਣ ਸਤਿਕਾਰ ਲੈਣਾ ਤੇ ਕੋਈ ਸ਼ੁਭ ਕਰਮ ਕਰਨੇ ਪੈਣਗੇ।
ਧਨ ਦੌਲਤ ਕਮਾਣੀ ਹੈ ਤਾਂ ਵੀ ਕੁਝ ਕਰਨਾ ਪਏਗਾ, ਬਿਨਾਂ ਕੀਤੇ ਨਹੀਂ। ਲੋਕ ਆਖਦੇ ਨੇ ਕਿ ਫਲਾਣੇ ਜੋਤਸ਼ੀ, ਫਲਾਣੇ ਤਾਂਤਰਿਕ, ਫਲਾਣੇ ਬਾਬੇ ਦੀ ਕਿਰਪਾ ਨਾਲ ਸਾਡੀ ਦੁਕਾਨ ਚੱਲ ਰਹੀ ਹੈ। ਉਹਨੂੰ ਕਹੋ ਜੀ ਉਸ ਜੋਤਸ਼ੀ ਬਾਬੇ ਦੀ ਕਿਰਪਾ ਨਾਲ ਦੁਕਾਨ ਚੱਲ ਰਹੀ ਹੈ, ਫਿਰ ਤੁਸੀਂ ਦੁਕਾਨ ਤੇ ਬੈਠੇ ਕੀ ਕਰ ਰਹੇ ਹੋ? ਤੁਸੀਂ ਦੁਕਾਨ ਖੋਲ ਕੇ ਘਰ ਆ ਜਾਓ, ਦੁਕਾਨ ਆਪੇ ਚੱਲਦੀ ਰਹੇਗੀ, ਆਪੇ ਲੋਕ ਗੱਲੇ 'ਚ ਪੈਸੇ ਪਾ ਕੇ ਜਾਂਦੇ ਰਹਿਣਗੇ। ਨਹੀਂ, ਕਿਸੇ ਦੇ ਨਾਲ ਨਹੀਂ ਦੁਕਾਨ ਚੱਲ ਰਹੀ, ਇਹ ਤੁਹਾਡੇ ਕਰਮਾਂ ਕਰਕੇ ਚੱਲ ਰਹੀ ਹੈ। ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਕਾਨ ਤੇ ਬਹਿੰਦੇ ਹੋ, ਮਿਹਨਤ ਕਰਦੇ ਹੋ, ਗਾਹਕਾਂ ਨਾਲ ਵਧੀਆ ਵਿਹਾਰ ਕਰਦੇ ਹੋ, ਤਾਂ ਤੁਹਾਡੀ ਦੁਕਾਨ ਚੱਲਦੀ ਹੈ। ਕਿਸੇ ਦੀ ਬਾਬੇ ਦੀ, ਜੋਤਸ਼ੀ, ਤਾਂਤਰਿਕ ਦੀ ਕਿਰਪਾ ਨਾਲ ਨਹੀਂ। ਕਰਮ ਤੁਸੀਂ ਕਰ ਰਹੇ ਹੋ, ਬਦਲੇ 'ਚ ਧਨ ਤੁਸੀਂ ਕਮਾ ਰਹੇ ਹੋ। ਬਿਨਾਂ ਕਰਮਾਂ ਤੋਂ ਕਿਤੇ ਕੁਛ ਨਹੀਂ ਮਿਲਦਾ, ਕੁਛ ਕਰਨਾ ਪੈਂਦਾ ਹੈ। ਹੁਣ ਜੇ ਕੋਈ ਕਵੇ ਕਿ ਮੈਂ ਡਾਕਟਰ ਬਣਨਾ ਹੈ ਤੇ ਮੈਂ ਘਰੇ ਬੈਠਾ ਰਵਾਂ, ਸੋਫੇ ਤੇ ਬੈਠ ਕੇ ਚਾਹ ਪੀਂਦਾ ਰਵਾਂ, ਟੀਵੀ ਦੇਖਦਾ ਰਵਾਂ ਤੇ ਮੈਂ ਡਾਕਟਰ ਬਣ ਜਾਵਾਂ? ਨਹੀਂ, ਡਾਕਟਰ ਬਣਨ ਵਾਸਤੇ ਉਹਨੂੰ ਕਰਮ ਕਰਨੇ ਪੈਣਗੇ। ਉਹਨੂੰ ਮੈਡੀਕਲ ਸਾਇੰਸ ਦੀ ਪੜ੍ਹਾਈ ਕਰਨੀ ਪਏਗੀ, ਉਹਨੂੰ MBBS ਦੀ ਡਿਗਰੀ ਲੈਣੀ ਪਏਗੀ, ਤਾਂ ਡਾਕਟਰ ਬਣੇਗਾ। ਵਿਣ ਕਰਮਾਂ ਕੇ ਮਿਲਿਆ ਲਈ, ਬਿਨਾਂ ਕੁਝ ਕੀਤਿਆਂ ਕੁਛ ਨਹੀਂ ਮਿਲਦਾ। ਇਸ ਜਗਤ ਵਿੱਚ ਕੁਝ ਕਰਨਾ ਪੈਂਦਾ ਹੈ ਕੁਝ ਹਾਸਲ ਕਰਨ ਵਾਸਤੇ। ਦੇਖੋ, ਗੁਰੂ ਜੀ ਕਿੰਨੀ ਸਕਾਰਾਤਮਕ ਸੋਚ ਸਾਡੇ ਅੰਦਰ ਪੈਦਾ ਕਰ ਰਹੇ ਨੇ, ਕਿੰਨਾ ਸਾਨੂੰ ਪੋਜ਼ਿਟਿਵ ਕਰ ਰਹੇ ਨੇ। ਤੂੰ ਕੁਝ ਕਰ ਤੇ ਸਹੀ, ਜ਼ਰੂਰ ਮਿਲੇਗਾ, ਪਰ ਸੋਚੀ ਨਾ ਜਾ ਕਿ ਮੈਂ ਕਰਾਂਗਾ ਤੇ ਮਿਲ ਜਾਏਗਾ। ਸੋਚਣ ਨਾਲ ਨਹੀਂ, ਕੁਝ ਕਰਨ ਨਾਲ ਮਿਲੇਗਾ। ਉਦਮ ਕਰ। ਹਰ ਮਨੁੱਖ ਸੋਚਦਾ ਹੈ ਮੈਂ ਜ਼ਿੰਦਗੀ 'ਚ ਆਹ ਕਰਾਂਗਾ, ਉਹ ਕਰਾਂਗਾ। ਬੱਚਾ ਸੋਚਦਾ ਹੈ ਜਦੋਂ ਮੈਂ ਵੱਡਾ ਹੋਵਾਂਗਾ ਆਹ ਕਰਾਂਗਾ, ਵੱਡਾ ਹੋ ਜਾਂਦਾ ਹੈ, ਫਿਰ ਸੋਚਦਾ ਹੈ ਜਦੋਂ ਪਾਸ ਹੋ ਜਾਵਾਂਗਾ ਫਿਰ ਆਹ ਕਰਾਂਗਾ, ਦੁਨੀਆ ਬਦਲ ਦਿਆਂਗਾ। ਪੜ੍ਹ ਲਿਖ ਕੇ ਪਾਸ ਵੀ ਹੋ ਜਾਂਦਾ, ਆਖਦਾ ਨੌਕਰੀ ਮਿਲੇਗੀ, ਫਿਰ ਕੁਝ ਕਰਾਂਗਾ, ਮੈਂ ਦੁਨੀਆ ਬਦਲ ਦਿਆਂਗਾ। ਨੌਕਰੀ ਵੀ ਮਿਲ ਜਾਂਦੀ ਹੈ, ਫਿਰ ਆਖਦਾ ਪਰਿਵਾਰ ਹੋ ਜਾਏ, ਗ੍ਰਸਤੀ ਹੋ ਜਾਵਾਂ, ਵਿਆਹ ਹੋ ਜਾਏ, ਬੱਚੇ ਹੋ ਜਾਣ, ਫਿਰ ਕੁਝ ਕਰਕੇ ਦਿਖਾਵਾਂਗਾ। ਵਿਆਹ ਹੋ ਗਿਆ, ਬੱਚੇ ਹੋ ਗਏ, ਫਿਰ ਸੋਚਦਾ ਬੱਚੇ ਥੋੜ੍ਹੇ ਵੱਡੇ ਹੋ ਜਾਣ, ਜ਼ਿੰਮੇਵਾਰੀਆਂ ਤੋਂ ਫਰੀ ਹੋ ਜਾਵਾਂਗਾ, ਫਿਰ ਕੁਝ ਕਰਾਂਗਾ। ਬੱਚੇ ਵੱਡੇ ਹੋ ਗਏ, ਫਿਰ ਆਖਦਾ ਨਹੀਂ, ਬੱਚਿਆਂ ਨੂੰ ਵਿਆਹ ਕੇ ਕਬੀਲਦਾਰੀ ਤੋਂ ਫਾਰਿਗ ਹੋ ਜਾਵਾਂਗਾ, ਰਿਟਾਇਰਮੈਂਟ ਮਿਲ ਜਾਏਗੀ, ਘਰੇ ਬੈਠੇ ਪੈਨਸ਼ਨ ਆ ਜਾਏਗੀ, ਫਿਰ ਕੁਝ ਕਰਾਂਗਾ। ਤਬ ਤੱਕ ਬੁੱਢਾ ਹੋ ਜਾਂਦਾ ਹੈ, ਕਰ ਨਹੀਂ ਰਿਹਾ, ਸਿਰਫ ਸੋਚ ਰਿਹਾ ਹੈ। ਜੇ ਕੁਝ ਹਾਸਲ ਕਰਨਾ ਤੇ ਕੁਝ ਕਰਨਾ ਪਵੇਗਾ, ਹੁਣੇ ਤੋਂ ਕਰਨਾ ਪੜੇਗਾ। ਕੱਲ ਨਾਲੋਂ ਅੱਜ ਕਰਨਾ ਪਏਗਾ, ਅੱਜ ਨਾਲੋਂ ਹੁਣ ਕਰਨਾ ਪਏਗਾ। ਕਬੀਰ ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਇ ਤਾਲ। ਪਾਛੇ ਕੁਛ ਨਾ ਹੋਏਗਾ ਜੋ ਸਰ ਪਰ ਆਵੇ ਕਾਲ। ਕੱਲ ਨਾ ਸੋਚੀ ਕਾਲ ਆ ਜਾਏਗਾ, ਕੱਲ ਕਦੀ ਜ਼ਿੰਦਗੀ 'ਚ ਨਹੀਂ ਆਇਆ। ਹੁਣੇ ਕੁਝ ਕਰਨਾ, ਕੁਝ ਲੈਣਾ, ਹਾਸਲ ਕਰਨੇ, ਕਰਮ ਕਰਨੇ ਪੈਣਗੇ। ਵਿਣ ਕਰਮਾਂ ਕੇ ਮਿਲਿਆ ਲਈ। ਇਸੇ ਤਰ੍ਹਾਂ ਜ਼ਿੰਦਗੀ ਵਿੱਚ ਜੇ ਸਚਿਆਰ ਬਣਨਾ ਹੈ ਤੇ ਨਿਰੇ ਬਾਹਰਲੇ ਕਰਮ ਕਾਂਡਾਂ ਨਾਲ ਸਚਿਆਰ ਨਹੀਂ ਬਣਿਆ ਜਾ ਸਕਦਾ। ਤੀਰਥ ਤੇ ਇਸ਼ਨਾਨ ਕਰਨ ਨਾਲ ਸਚਿਆਰ ਨਹੀਂ ਬਣਿਆ ਜਾ ਸਕਦਾ। ਕਰਮ ਕਰਨੇ ਪੈਣਗੇ। ਜ਼ਿੰਦਗੀ ਵਿੱਚ ਪ੍ਰੇਮ ਪ੍ਰਗਟ ਕਰਨਾ ਪਏਗਾ, ਸੱਚ ਨੂੰ ਧਾਰਨਾ ਪਏਗਾ, ਸਬਰ ਸੰਤੋਖ ਨੂੰ ਧਾਰਨਾ ਪਏਗਾ, ਰੱਬੀ ਗੁਣਾਂ ਨਾਲ ਸਾਂਝ ਬਣਾਉਣੀ ਪਏਗੀ, ਦਇਆ ਲੈ ਕੇ ਆਉਣੀ ਪਏਗੀ। ਜਦੋਂ ਇਹਨਾਂ ਸ਼ੁਭ ਕਰਮਾਂ ਨੂੰ ਅਸੀਂ ਪ੍ਰੈਕਟੀਕਲ ਜ਼ਿੰਦਗੀ 'ਚ ਕਰਾਂਗੇ ਤਾਂ ਹੀ ਸਚਿਆਰ ਬਣ ਸਕਾਂਗੇ, ਬਿਨਾਂ ਕਰਮਾਂ ਤੋਂ ਨਹੀਂ। ਸਚਿਆਰ ਬਣਨ ਦੀ ਖਾਤਰ ਲੋਕ ਘਰ-ਬਾਰ ਛੱਡ ਕੇ ਜੰਗਲ ਪਹਾੜ ਚਲੇ ਗਏ। ਕਿਸੇ ਕੀ ਕਰਨਾ? ਰੱਬ ਨੂੰ ਮਿਲਣਾ ਹੈ। ਅਸੀਂ ਵੀ ਕਹਿ ਰਹੇ ਹਾਂ ਕਿ ਦੇਖੋ ਜੀ, ਫਰੀਦਾ ਖਾਲਕ ਖਲਕ, ਮੈਂ ਖਲਕ ਵਸੈ ਰੱਬ ਮਾਹੇ। ਰੱਬ ਦੁਨੀਆ ਵਿੱਚ ਹੈ ਤੇ ਰੱਬ ਨੂੰ ਅਸੀਂ ਜੰਗਲ 'ਚ ਲੱਭ ਰਹੇ ਹਾਂ। ਕਹਿ ਰਹੇ ਹਾਂ ਰੱਬ ਸੰਸਾਰ ਵਿੱਚ ਹੈ, ਤੇਰੀ ਖਲਕਤ ਵਿੱਚ ਹੀ ਤੂੰ ਵਸਿਆ ਹੋਇਆ ਹੈ। ਖਲਕ ਵਸੈ ਰੱਬ ਮਾਹੇ, ਖਲਕਤ ਵਿੱਚ ਰੱਬ ਹੀ ਵਸਦਾ ਹੈ। ਪਰ ਅਸੀਂ ਰੱਬ ਨੂੰ ਜੰਗਲ ਪਹਾੜ ਖੋਜ ਰਹੇ ਹਾਂ, ਕਿਸੇ ਡੇਰੇ ਸਥਾਨ ਤੇ ਖੋਜ ਰਹੇ ਹਾਂ ਤੇ ਖਲਕਤ ਨੂੰ ਅਸੀਂ ਦੁਸ਼ਮਣ ਮੰਨੀ ਬੈਠੇ ਹਾਂ। ਮੇਰਾ ਜੀਅ ਕਰਦਾ ਮੈਂ ਆਪਣੇ ਦੁਸ਼ਮਣਾਂ ਨੂੰ ਗੋਲੀ ਮਾਰ ਕੇ ਮਾਰ ਦਿਆਂ, ਬੰਬ ਨਾਲ ਉਡਾ ਦਿਆਂ। ਕਹਿ ਰਹੇ ਹਾਂ ਕਿ ਰੱਬ ਦੁਨੀਆ 'ਚ ਵਸਦਾ, ਲੱਭਣ ਕਿਤੇ ਹੋਰ ਜਾ ਰਹੇ ਹਾਂ। ਖਲਕਤ ਨੂੰ ਅਸੀਂ ਦੁਸ਼ਮਣ ਮੰਨੀ ਬੈਠੇ ਹਾਂ। ਅਨੇਕਾਂ ਲੋਕ ਰੱਬ ਦੀ ਖੋਜ ਲਈ ਜੰਗਲਾਂ ਪਹਾੜਾਂ 'ਚ ਗਏ। ਗੁਰੂ ਜੀ ਨੇ ਉਹਨਾਂ ਨੂੰ ਮੋੜ ਕੇ ਲੈ ਕੇ ਆਂਦਾ, ਆਓ ਘਰਾਂ 'ਚ ਆਓ, ਕੁਛ ਕਰੋ ਸਮਾਜ ਲਈ। ਪਰਿਵਾਰ ਵਿੱਚੋਂ ਤੁਸੀਂ ਰੱਬ ਨੂੰ ਦੇਖੋ, ਸੰਸਾਰ ਵਿੱਚੋਂ ਰੱਬ ਨੂੰ ਦੇਖੋ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੱਚੇ ਸੌਦੇ ਦੀ ਸਾਖੀ ਸੀ, ਸਾਰਿਆਂ ਨੇ ਸੁਣੀ ਹੈ। ਉਹ ਕੀ ਹੈ ਸਾਖੀ? ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਇਆ ਲਈ, ਉਹਦਾ ਲੰਗਰ ਤਿਆਰ ਕੀਤਾ, ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਘਰ ਆ ਗਏ। ਪਿਤਾ ਜੀ ਨੇ ਪੁੱਛਿਆ ਕੀ ਕੀਤਾ? ਕਹਿਣ ਲੱਗੇ ਸੱਚਾ ਸੌਦਾ ਕਰਕੇ ਆਏ ਆ। ਕਿਹੜਾ? ਭੁੱਖੇ ਸਾਧੂਆਂ ਨੂੰ ਲੰਗਰ ਛਕਾ ਆਏ ਆ। ਕੀ ਇਹ ਸੱਚਾ ਸੌਦਾ ਹੈ? ਜੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਣਾ ਸੱਚਾ ਸੌਦਾ ਹੈ, ਫਿਰ ਗੁਰੂ ਨਾਨਕ ਸਾਹਿਬ ਨੇ ਕੋਈ ਨਵਾਂ ਕੰਮ ਨਹੀਂ ਕੀਤਾ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਹਜ਼ਾਰਾਂ ਲੋਕ ਭੁੱਖੇ ਸਾਧੂਆਂ ਨੂੰ ਖਵਾਉਂਦੇ ਹੀ ਆਏ ਨੇ, ਬਲਕਿ ਉਹ ਸਾਧੂ ਪਲਦੀ ਗ੍ਰਸਤੀਆਂ ਦੇ ਸਿਰ ਤੇ ਰਹੇ ਨੇ।
ਤੇ ਜੇ ਗੁਰੂ ਨਾਨਕ ਦਾ ਸੱਚਾ ਸੌਦਾ ਭੁੱਖੇ ਸਾਧੂਆਂ ਲਈ ਹੈ, ਫਿਰ ਇਹਦਾ ਮਤਲਬ ਗੁਰੂ ਨਾਨਕ ਦਾ ਲੰਗਰ ਉਹਨਾਂ ਜੋਗੀਆਂ ਜਤੀਆਂ ਵਾਸਤੇ ਹੈ, ਆਮ ਲੋਕਾਂ ਵਾਸਤੇ ਨਹੀਂ ਹੈ। ਤੇ ਇਹਦਾ ਇਹ ਵੀ ਮਤਲਬ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਸਾਧੂਆਂ ਨੂੰ ਮਾਨਤਾ ਦੇ ਦਿੱਤੀ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ, ਘਰ-ਬਾਰ ਪਰਿਵਾਰ ਛੱਡ ਕੇ ਜੰਗਲ ਚਲੇ ਗਏ, ਅਸੀਂ ਗ੍ਰਸਤੀ ਤੁਹਾਡੀ ਸੇਵਾ ਕਰਨ ਵਾਸਤੇ ਆਇਆ ਕਰਾਂਗੇ। ਇਹ ਹੈ ਸੱਚਾ ਸੌਦਾ। ਸੱਚਾ ਸੌਦਾ ਇਹ ਨਹੀਂ ਹੈ, ਥੋੜਾ ਸਮਝਣਾ ਪਏਗਾ। ਗੁਰੂ ਨਾਨਕ ਪਾਤਸ਼ਾਹ ਨੇ ਮਾਇਆ ਲਈ, ਔਰ ਨਾਲ ਭਾਈ ਮਰਦਾਨਾ ਜੀ ਨੇ ਕੁਝ ਨਾਲ ਹੋਰ ਸਾਥੀ ਲੈ ਲਏ, ਉਹਦੇ ਨਾਲ ਰਸਦ ਖਰੀਦੀ, ਰਾਸ਼ਨ ਲਿਆ, ਆਟਾ ਦਾਲਾਂ ਸਬਜ਼ੀਆਂ ਲਈਆਂ, ਭੋਜਨ ਤਿਆਰ ਕੀਤਾ, ਲੰਗਰ ਪਕਿਆ, ਆਮ ਲੋਕਾਂ ਨੂੰ ਪੰਗਤਾਂ 'ਚ ਬਿਠਾਇਆ। ਜਿਹੜੇ ਗਰੀਬ ਲੋੜਵੰਦ ਸਨ, ਉਹਨਾਂ ਗਰੀਬ ਗੁਰਬਿਆਂ ਨੂੰ, ਮਜ਼ਰਾਹੀ ਮੁਸਾਫਰਾਂ ਨੂੰ ਪੰਗਤਾਂ 'ਚ ਬਿਠਾਇਆ। ਗੁਰੂ ਨਾਨਕ ਦਾ ਲੰਗਰ ਆਰੰਭ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਜ਼ਿੰਦਗੀ ਦੇ ਵਿੱਚ 2 ਬੜੇ ਮਹਾਨ ਕਾਰਜ ਕੀਤੇ। ਪਹਿਲਾ ਕਾਰਜ ਇਹ ਕੀਤਾ, ਆਪਣੀ ਗੱਲ ਅਸੀਂ ਕਿਸੇ ਤੱਕ ਪਹੁੰਚਾਉਣੀ ਹੋਵੇ, ਸਾਨੂੰ ਲੋਕ ਇਕੱਠੇ ਕਰਨੇ ਪੈਂਦੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ, ਜਿੱਥੇ ਲੋਕ ਇਕੱਠੇ ਸਨ ਆਪ ਉੱਥੇ ਚਲੇ ਗਏ। ਲੋਕ ਇਕੱਠੇ ਨਹੀਂ ਕਰਨੇ ਪਏ। ਘਰ ਜਨੇਊ ਪਾਣੇ ਤੇ ਗੁਰੂ ਸਾਹਿਬ ਨੇ ਮਨਾ ਨਹੀਂ ਕੀਤਾ ਵੀ ਰਿਸ਼ਤੇਦਾਰਾਂ ਨੂੰ ਨਾ ਬੁਲਾਇਓ, ਆਣ ਦਿਓ, ਇਕੱਠ ਹੋਏ। ਹਰਿਦੁਆਰ ਮੇਲੇ ਤੇ ਲੋਕ ਇਕੱਠੇ ਹੋਏ, ਗੁਰੂ ਨਾਨਕ ਪਾਤਸ਼ਾਹ ਆਪ ਹਰਿਦੁਆਰ ਚਲੇ ਗਏ। ਜਗਨਨਾਥਪੁਰੀ ਰੱਥ ਯਾਤਰਾ ਦਾ ਮੇਲਾ ਲੱਗਣੇ, ਗੁਰੂ ਨਾਨਕ ਪਾਤਸ਼ਾਹ ਲੱਖਾਂ ਦੇ ਇਕੱਠ 'ਚ ਆਪ ਹਾਜ਼ਰ ਹੋ ਗਏ। ਮੱਕੇ ਮਦੀਨੇ ਦੀ ਯਾਤਰਾ ਲਈ ਹਾਜੀ ਜਾ ਰਹੇ ਨੇ, ਮੱਕੇ ਦੇ ਵਿੱਚ ਇਕੱਠ ਹੋਣਾ, ਸਤਿਗੁਰੂ ਆਪ ਹਾਜ਼ਰ ਹੋ ਗਏ। ਬਟਾਲੇ ਦੀ ਧਰਤੀ ਤੇ ਅਚਲ ਮੰਦਿਰ 'ਚ ਮੇਲਾ ਲੱਗਿਆ, ਗੁਰੂ ਨਾਨਕ ਪਾਤਸ਼ਾਹ ਆਪ ਚਲੇ ਗਏ। ਕੁਰੂਕਸ਼ੇਤਰ ਸੂਰਜ ਗ੍ਰਹਿਣ ਦਾ ਮੇਲਾ ਲੱਗਿਆ, ਲੱਖਾਂ ਲੋਕ ਆਏ, ਗੁਰੂ ਨਾਨਕ ਪਾਤਸ਼ਾਹ ਆਪ ਹਾਜ਼ਰ ਹੋ ਗਏ। ਲੋਕ ਇਕੱਠੇ ਨਹੀਂ ਕਰਨੇ ਪਏ, ਜਿੱਥੇ ਇਕੱਠੇ ਸਨ ਉੱਥੇ ਆਪ ਚਲੇ ਗਏ। ਚੂੜ ਕਾਣੇ ਦੀ ਜੂਹ ਵਿੱਚ ਭੁੱਖੇ ਸਾਧੂ ਬੈਠੇ ਹੋਏ ਸਨ, ਗੁਰੂ ਨਾਨਕ ਪਾਤਸ਼ਾਹ ਆਪ ਉੱਥੇ ਚਲੇ ਗਏ। ਤੇ ਦੂਜਾ ਕੰਮ ਕੀ ਕੀਤਾ, ਲੋਕ ਤੇ ਅੱਜ ਵੀ ਇਕੱਠੇ ਹੁੰਦੇ ਨੇ, ਪਰ ਅਸੀਂ ਆਪਣੀ ਗੱਲ ਨਹੀਂ ਉਸ ਇਕੱਠ ਵਿੱਚ ਜਾ ਕੇ ਕਰ ਪਾਉਂਦੇ, ਅਸੀਂ ਨਹੀਂ ਗੱਲ ਕਰ ਸਕਦੇ। ਗੁਰੂ ਨਾਨਕ ਪਾਤਸ਼ਾਹ ਨੇ ਦੂਜਾ ਕੰਮ ਇਹ ਕੀਤਾ, ਜਿੱਥੇ ਵੀ ਇਕੱਠ ਵਿੱਚ ਗਏ ਉੱਥੇ ਇੱਕ ਕੌਤਕ ਵਰਤਾਇਆ, ਇੱਕ ਐਸਾ ਕੰਮ ਕੀਤਾ, ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਜਦੋਂ ਲੋਕ ਖਿੱਚੀ ਆਏ, ਉਦੋਂ ਆਪਣੀ ਗੱਲ ਪੇਸ਼ ਕਰ ਦਿੱਤੀ। ਜਦੋਂ ਘਰ 'ਚ ਰਿਸ਼ਤੇਦਾਰ ਇਕੱਠੇ ਹੋ ਗਏ, ਉਦੋਂ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ, ਅਸੀਂ ਜਨੇਊ ਨਹੀਂ ਪਾਣਾ। ਇੱਥੋਂ ਲੜੀ ਸ਼ੁਰੂ ਹੋ ਗਈ ਵਿਚਾਰ ਦੀ। ਹਰਿਦੁਆਰ ਮੇਲੇ ਤੇ ਗਏ, ਲੋਕ ਪੂਰਬ ਨੂੰ ਪਾਣੀ ਦੇ ਰਹੇ ਨੇ ਸੂਰਜ ਨੂੰ, ਗੁਰੂ ਨਾਨਕ ਪਾਤਸ਼ਾਹ ਨੇ ਪੱਛਮ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ, ਉਲਟੇ ਪਾਸੇ। ਲੋਕਾਂ ਦਾ ਧਿਆਨ ਖਿੱਚਿਆ, ਲੋਕ ਇਕੱਠੇ ਹੋਏ, ਬਾਬਾ ਇਹ ਤੂੰ ਕੀ ਕਰ ਰਹੇ ਹੈ? ਕੁਰੂਕਸ਼ੇਤਰ ਸੂਰਜ ਗ੍ਰਹਿਣ ਦੇ ਮੇਲੇ ਤੇ ਲੱਖਾਂ ਦਾ ਇਕੱਠ ਹੈ। ਸੂਰਜ ਗ੍ਰਹਿਣ ਦੇ ਸਮੇਂ ਅੱਗ ਬਾਲਣੀ ਮਨੈ, ਰੋਟੀ ਪਕਾ ਕੇ ਖਾਣੀ ਮਨੈ। ਗੁਰੂ ਨਾਨਕ ਪਾਤਸ਼ਾਹ ਨੇ ਖੂਬ ਅੱਗ ਬਾਲੀ, ਗਿੱਲੇ ਪੱਤੇ ਉੱਪਰ ਪਾਏ, ਧੂੰਆਂ ਕੀਤਾ, ਪੂਰੇ ਮੇਲੇ ਨੂੰ ਖਬਰ ਹੋ ਜਾਏ ਕਿਤੇ ਅੱਗ ਬਲੀ, ਕਿੰਨੇ ਬਾਲੀ ਇਹ। ਲੋਕ ਇਕੱਠੇ ਹੋ ਕੇ ਆਏ ਤੇ ਗੁਰੂ ਨਾਨਕ ਪਾਤਸ਼ਾਹ ਲੰਗਰ ਤਿਆਰ ਕਰ ਰਹੇ ਨੇ। ਜਿਹੜੇ ਕਈ ਦਿਨਾਂ ਦੇ ਭੁੱਖੇ ਸਨ ਲੋਕ, ਉਹਨਾਂ ਨੂੰ ਲੰਗਰ ਛਕਾ ਰਹੇ ਸਨ। ਧਿਆਨ ਖਿੱਚਿਆ ਆਪਣੇ ਵੱਲ। ਜਗਨਨਾਥਪੁਰੀ, ਜਿੱਥੇ ਲੋਕ ਆਰਤੀ 'ਚ ਖਲੋ ਕੇ ਉਤਾਰ ਰਹੇ ਨੇ ਜਗਨਨਾਥ ਦੀ, ਗੁਰੂ ਨਾਨਕ ਪਾਤਸ਼ਾਹ ਬਿਲਕੁਲ ਉਸ ਮੂਰਤੀ ਦੇ ਕੋਲ ਬੈਠ ਕੇ ਮੁਸਕਰਾਉਂਦੇ ਰਹੇ। ਸਭ ਦਾ ਧਿਆਨ ਚਲਾ ਗਿਆ, ਇਹ ਬਾਬਾ ਨਹੀਂ ਆਰਤੀ 'ਚ ਖੜਾ ਹੋਇਆ, ਕੀ ਕਾਰਨ? ਮੱਕੇ ਦੀ ਧਰਤੀ ਤੇ ਗਏ ਤੇ ਕਾਬੇ ਵੱਲ ਪੈਰ ਪਸਾਰ ਕੇ ਪੈ ਗਏ। ਹਾਜੀ ਇਕੱਠੇ ਹੋ ਗਏ, ਕਿਹੜਾ ਕਾਫਿਰ ਹੈ ਜਿਹਨੇ ਖੁਦਾ ਵੱਲ ਪੈਰ ਕੀਤੇ ਨੇ? ਧਿਆਨ ਖਿੱਚਿਆ ਉਹਨਾਂ ਦਾ ਆਪਣੇ ਵੱਲ। ਫਿਰ ਗੱਲ ਕੀਤੀ। ਚੂੜਕਾਣੇ ਦੀ ਜੂਹ ਵਿੱਚ ਇਹ ਭੁੱਖੇ ਸਾਧੂ ਬੈਠੇ ਨੇ, ਗੁਰੂ ਨਾਨਕ ਪਾਤਸ਼ਾਹ ਆਪ ਚਲੇ ਗਏ ਆਪਣੀ ਗੱਲ ਕਹਿਣ ਵਾਸਤੇ। ਲੰਗਰ ਸ਼ੁਰੂ ਹੋਇਆ ਗੁਰੂ ਨਾਨਕ ਦਾ ਮਨੁੱਖ ਮਾਤਰ ਵਾਸਤੇ ਹੈ, ਕਿਸੇ ਵਿਸ਼ੇਸ਼ ਫਿਰਕੇ ਲਈ ਨਹੀਂ ਕਿ ਸਾਧਾਂ ਭੁੱਖਿਆਂ ਲਈ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਆਦਮੀ ਔਰਤ, ਕਾਲਾ ਗੋਰਾ, ਊਚ ਨੀਚ, ਚੋਰ ਸਾਧ, ਕੋਈ ਵੀ ਗੁਰੂ ਨਾਨਕ ਦੇ ਲੰਗਰ ਦੀ ਪੰਗਤ 'ਚ ਬਹਿ ਸਕਦਾ ਹੈ। ਕਿਸੇ ਦੀ ਜ਼ਰੂਰਤ ਨਹੀਂ ਪੰਗਤ 'ਚ ਬੈਠੇ ਨੂੰ ਕੋਈ ਉਠਾ ਦੇ ਵੀ ਤੂੰ ਨਹੀਂ ਲੰਗਰ ਛਕ ਸਕਦਾ। ਇਹ ਮਨੁੱਖਤਾ ਦਾ ਸਰਬ ਸਾਂਝਾ ਲੰਗਰ ਗੁਰੂ ਨਾਨਕ ਸਾਹਿਬ ਨੇ ਚਲਾਇਆ। ਹੁਣ ਜਦੋਂ ਲੰਗਰ ਸ਼ੁਰੂ ਹੋਇਆ, ਤੜਕਿਆਂ ਦੀ ਖੁਸ਼ਬੂ ਉਹਨਾਂ ਸਾਧਾਂ ਦੇ ਨੱਕਾਂ 'ਚ ਗਈ। ਉਹਨਾਂ ਨੇ ਦੇਖਿਆ ਕਿ ਕਿਸੇ ਗ੍ਰਸਤੀ ਨੇ ਬਾਹਰ ਭੋਜਨ ਪਕਾਇਆ, ਜਾ ਕੇ ਭੋਜਨ ਮੰਗ ਲਿਆਈਏ। ਉੱਠ ਕੇ ਬਾਹਰ ਆਏ, ਦੇਖਿਆ ਬਾਹਰ ਤੇ ਪੰਗਤਾਂ ਲੱਗੀਆਂ ਹੋਈਆਂ। ਕਈ ਲੋਕ ਪੰਗਤਾਂ 'ਚ ਬੈਠ ਕੇ ਲੰਗਰ ਛਕ ਰਹੇ ਨੇ। ਉਹਨਾਂ ਪੁੱਛਿਆ, ਇਹ ਲੰਗਰ ਕਿਹਨੇ ਲਾਇਆ ਹੈ? ਤੇ ਕਿਸੇ ਨੇ ਕਿਹਾ ਵੀ ਉਹ ਜਿਹੜਾ ਮਹਿਤਾ ਕਲਿਆਣ ਦਾਸ ਪਟਵਾਰੀ ਹੈ ਨਾ ਇਲਾਕੇ ਦਾ, ਉਹਦੇ ਪੁੱਤਰ ਨੇ ਲੰਗਰ ਲਾਇਆ ਹੈ, ਬਾਬੇ ਨਾਨਕ ਨੇ। ਉਹਨਾਂ ਕਿਹਾ, ਨਾਨਕ ਉਸ ਜ਼ਮਾਨੇ ਦੀ ਭਾਸ਼ਾ ਸੀ ਕਿ ਮਹਿਤਾ ਕਾਲੂ ਦੇ ਪੁੱਤਰ ਨਾਨਕ ਨੇ ਲੰਗਰ ਲਾਇਆ ਹੈ। ਕਹਿਣ ਲੱਗੇ, ਅੱਛਾ ਕਿੱਥੇ ਹੈ? ਉਹਨਾਂ ਸੋਚਿਆ ਕੋਈ ਵੱਡਾ ਆਦਮੀ ਹੋਏਗਾ। ਜਦੋਂ ਜਾ ਕੇ ਦੇਖਿਆ ਤੇ ਛੋਟਾ ਜਿਹਾ ਬੱਚਾ। ਉਹ ਹੈਰਾਨ ਹੋਏ ਸਾਧੂ। ਕਹਿਣ ਲੱਗੇ, ਬੱਚੇ ਤੂੰ ਲਾਇਆ ਲੰਗਰ? ਤੈਨੂੰ ਕਿਹਨੇ ਕਿਹਾ ਵੀ ਲੰਗਰ ਲਾਈਦਾ ਹੈ? ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆਏ? ਤੇਰੇ ਘਰਦੇ ਨੂੰ ਪਤਾ ਹੈ ਤੂੰ ਇੱਥੇ ਲੰਗਰ ਲਾਈ ਬੈਠਾ ਹੈ?
ਗੱਲ ਕੀ ਗੱਲ ਰਿੜ ਪਈ ਜੋ ਗੁਰੂ ਨਾਨਕ ਪਾਤਸ਼ਾਹ ਚਾਹੁੰਦੇ ਸੀ। ਜਦੋਂ ਗੱਲ ਰਿੜ ਪਈ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਸਾਧੂਆਂ ਨੂੰ ਉਹ ਸਵਾਲ ਕੀਤੇ ਜਿਹੜੇ ਸਵਾਲ ਅੱਜ ਤੱਕ ਕਦੀ ਕਿਸੇ ਨੇ ਕਰਨ ਦੀ ਜ਼ਰੂਰਤ ਨਹੀਂ ਸੀ ਕੀਤੀ। ਪਹਿਲਾ ਸਵਾਲ ਕੀਤਾ, ਤੁਸੀਂ ਪਾਪ ਕੀਤੇ ਨੇ, ਤੁਸੀਂ ਪਾਪੀ ਹੋ, ਤੁਸੀਂ ਗਲਤ ਕੰਮ ਕੀਤੇ ਨੇ। ਉਹ ਜੋਗੀ ਸਾਧੂ ਕਹਿਣ ਲੱਗੇ, ਨਹੀਂ ਨਹੀਂ, ਇਹ ਬੱਚੇ ਤੂੰ ਇਸ ਤਰ੍ਹਾਂ ਕਿਉਂ ਕਹਿ ਰਹੇ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਤੁਹਾਨੂੰ ਤੁਹਾਡੇ ਘਰਦਿਆਂ ਨੇ ਘਰੋਂ ਬਾਹਰ ਕੱਢਿਆ ਹੋਇਆ, ਇੱਥੇ ਜੰਗਲਾਂ 'ਚ ਰਹਿ ਰਹੇ ਹੋ, ਜ਼ਰੂਰ ਤੁਸੀਂ ਗਲਤ ਕੰਮ ਕੀਤੇ ਹੋਣਗੇ, ਤੁਹਾਡੇ ਮਾਪਿਓ ਨੇ ਤੁਹਾਨੂੰ ਘਰੋਂ ਬਾਹਰ ਕੱਢ ਦਿੱਤਾ। ਕਹਿਣ ਲੱਗੇ, ਨਹੀਂ ਨਹੀਂ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ, ਅਸੀਂ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਆਏ ਹਾਂ। ਸਤਿਗੁਰੂ ਕਹਿਣ ਲੱਗੇ, ਅੱਛਾ, ਤੁਹਾਡੀ ਪਤਨੀ, ਤੁਹਾਡੇ ਬੱਚੇ ਕਿੱਥੇ ਨੇ? ਉਹਨਾਂ ਜੋਗੀਆਂ ਨੇ ਛਾਤੀ ਤੇ ਹੱਥ ਮਾਰ ਕੇ ਬੜੇ ਮਾਣ ਨਾਲ ਕਿਹਾ, ਤਿਆਗ ਆਏ ਹਾਂ। ਇਸਤਰੀ ਰੋਂਦੀ ਰਹੀ, ਪ੍ਰਵਾਹ ਨਹੀਂ ਮੰਨੀ। ਬੱਚੇ ਵਿਲਕਦੇ ਰਹੇ, ਪ੍ਰਵਾਹ ਨਹੀਂ ਮੰਨੀ। ਮੋਹ ਛੱਡ ਦਿੱਤਾ ਸੀ ਪਰਿਵਾਰ ਦਾ, ਤਿਆਗ ਆਏ ਹਾਂ ਜੰਗਲਾਂ ਪਹਾੜਾਂ 'ਚ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਕਿਉਂ? ਕਹਿਣ ਲੱਗੇ, ਸੰਸਾਰ ਜੰਜਾਲਾਂ ਦਾ ਘਰ, ਗ੍ਰਸਤੀ ਲੋਕ ਤੇ ਕੀੜੇ ਮਕੌੜੇ ਹੁੰਦੇ ਨੇ, ਅਸੀਂ ਕੀੜਿਆਂ ਮਕੌੜਿਆਂ ਦੀ, ਪਾਪੀਆਂ ਦੀ ਨਗਰੀ ਛੱਡ ਆਏ ਹਾਂ, ਗ੍ਰਸਤ ਨੂੰ ਤਿਆਗ ਆਏ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਅੱਛਾ, ਤੁਸੀਂ ਛੱਡ ਤੇ ਸਾਰਾ ਕੁਝ ਆਏ ਹੋ, ਪਰ ਸਰੀਰ ਨੂੰ ਭੁੱਖ ਲੱਗਦੀ, ਭੋਜਨ ਕਿੱਥੋਂ ਖਾਂਦੇ ਹੋ? ਕਹਿਣ ਲੱਗੇ, ਗ੍ਰਸਤੀਆਂ ਤੋਂ ਮੰਗ ਕੇ ਖਾ ਲਈਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਕੱਲੇ ਭੋਜਨ ਨਾਲ ਗੱਲ ਨਹੀਂ ਬਣਦੀ, ਸਰੀਰ ਨੂੰ ਕੱਪੜੇ ਚਾਹੀਦੇ ਨੇ। ਕਹਿਣ ਲੱਗੇ, ਅਸੀਂ ਉਹ ਵੀ ਗ੍ਰਸਤੀਆਂ ਤੋਂ ਮੰਗ ਲਈਦੇ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜ਼ਿੰਦਗੀ ਦੀਆਂ ਹੋਰ ਬੜੀਆਂ ਲੋੜਾਂ ਹੁੰਦੀਆਂ ਨੇ। ਉਹ ਸਾਧੂ ਕਹਿਣ ਲੱਗੇ, ਕੋਈ ਲੋੜ ਹੋਵੇ ਜੋ ਸਾਨੂੰ ਚਾਹੀਦਾ ਹੈ, ਭਾਂਡੇ ਚਾਹੀਦੇ ਨੇ, ਕੋਈ ਚੀਜ਼ ਚਾਹੀਦੀ, ਬਿਸਤਰੇ ਚਾਹੀਦੇ ਨੇ, ਅਸੀਂ ਗ੍ਰਸਤੀਆਂ ਤੋਂ ਮੰਗ ਲਈਦੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਠੀਕ। ਹੁਣ ਇੱਕ ਆਖਰੀ ਸਵਾਲ, ਇੱਥੇ ਤੁਸੀਂ ਕੀ ਕਰ ਰਹੇ ਹੋ? ਕਹਿਣ ਲੱਗੇ, ਭਜਨ ਬੰਦਗੀ, ਜਪ ਤਪ ਕਰ ਰਹੇ ਹਾਂ। ਸਤਿਗੁਰੂ ਕਹਿਣ ਲੱਗੇ, ਠੀਕ, ਇਹ ਦੱਸੋ, ਆਹ ਜਿਹੜੀ ਤੁਸੀਂ ਭਜਨ ਬੰਦਗੀ ਕਰ ਰਹੇ ਹੋ, ਜਪ ਤਪ ਕਰ ਰਹੇ ਹੋ, ਇਹਦੇ ਵਿੱਚੋਂ ਕਿੰਨਾ ਹਿੱਸਾ ਇਹਨਾਂ ਗ੍ਰਸਤੀਆਂ ਨੂੰ ਦਿਓਗੇ? ਜਦੋਂ ਇੰਨੀ ਗੱਲ ਕਹੀ, ਉਹ ਜੋਗੀ ਸਾਧ ਅੱਗ ਬਬੂਲਾ ਹੋ ਗਏ। ਹਿੱਸਾ? ਸਾਡੀ ਭਜਨ ਬੰਦਗੀ, ਸਾਡਾ ਜਪ ਤਪ, ਅਸੀਂ ਕਿਸੇ ਨੂੰ ਹਿੱਸਾ ਕਿਉਂ ਦਈਏ? ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਤੇ ਫਿਰ ਬੜਾ ਵੱਡਾ ਜ਼ੁਲਮ ਹੈ, ਤੁਸੀਂ ਤੇ ਬੜੇ ਵੱਡੇ ਜ਼ਾਲਮ ਨਿਕਲੇ। ਜਿਨ੍ਹਾਂ ਗ੍ਰਸਤੀਆਂ ਨੂੰ ਤੁਸੀਂ ਨੀਚ ਕਿਹਾ, ਕੀੜੇ ਮਕੌੜੇ ਕਿਹਾ, ਉਹਨਾਂ ਦੇ ਘਰਾਂ ਚੋਂ ਮੰਗ ਮੰਗ ਕੇ ਵੀ ਖਾਧਾ, ਉਹਨਾਂ ਦੇ ਕੋਲੋਂ ਲੋੜਾਂ ਵੀ ਲੈ ਕੇ ਪੂਰੀਆਂ ਕੀਤੀਆਂ, ਤੇ ਆਪਣੀ ਭਜਨ ਬੰਦਗੀ 'ਚ ਉਹਨਾਂ ਨੂੰ ਹਿੱਸਾ ਵੀ ਦੇਣ ਨੂੰ ਤਿਆਰ ਨਹੀਂ। ਇਹ ਤੇ ਦਿਨ ਦਿਹਾੜੇ ਜ਼ੁਲਮ ਹੈ ਨਾ, ਦਿਨ ਦਿਹਾੜੇ ਹਿੰਸਾ ਹੈ। ਜਿਨ੍ਹਾਂ ਨੂੰ ਮਾੜਾ ਕਿਹਾ, ਉਹਨਾਂ ਕੋਲੋਂ ਲੈ ਕੇ ਸਾਰੀਆਂ ਚੀਜ਼ਾਂ ਖਾਧੀਆਂ। ਫਸਲਾਂ ਉਹ ਬੀਜਣ, ਬੋਰੀਆਂ ਤੁਸੀਂ ਚੁੱਕ ਲਿਆਓ ਵੀ ਸਾਡੀਆਂ ਭਰ ਦਿਓ। ਪਸ਼ੂ ਉਹਨਾਂ ਨੇ ਪਾਲੇ, ਦੁੱਧ ਉਹਨਾਂ ਚੋਇਆ, ਬਾਲਟੀਆਂ ਤੁਸੀਂ ਚੁੱਕ ਲਿਆਂਦੀਆਂ, ਸਾਨੂੰ ਦੁੱਧ ਦਿਓ। ਮਿਹਨਤ ਉਹਨਾਂ ਨੇ ਕੀਤੀ, ਫਲ ਤੁਸੀਂ ਚਾਹੁੰਦੇ ਹੋ। ਜਿਨ੍ਹਾਂ ਨੂੰ ਨੀਚ ਕਹਿੰਦੇ ਹੋ, ਗ੍ਰਸਤੀ ਨੇ, ਕੀੜੇ ਮਕੌੜੇ ਨੇ, ਉਹਨਾਂ ਦੇ ਘਰਾਂ ਚੋਂ ਮੰਗ ਮੰਗ ਕੇ ਤੁਸੀਂ ਖਾ ਕੇ ਆਪਣੀ ਜ਼ਿੰਦਗੀ ਜੀ ਰਹੇ ਹੋ, ਤੇ ਆਪਣੀ ਭਜਨ ਬੰਦਗੀ ਚੋਂ ਇੱਕ ਹਿੱਸਾ ਵੀ ਦੇਣ ਨੂੰ ਤਿਆਰ ਨਹੀਂ ਹੋ। ਇਦੋਂ ਵੱਡਾ ਜ਼ੁਲਮ ਕੀ ਹੋ ਸਕਦਾ? ਤੁਸੀਂ ਤੇ ਜ਼ਾਲਮ ਹੋ, ਤੁਸੀਂ ਤੇ ਪਾਪ ਕਰ ਰਹੇ ਹੋ। ਜਦੋਂ ਇੰਨੀ ਗੱਲ ਕਹੀ, ਉਹ ਘਬਰਾ ਗਏ, ਹੈਰਾਨ ਹੋਏ, ਕਹਿਣ ਲੱਗੇ, ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਗੁਰੂ ਨਾਨਕ ਪਾਤਸ਼ਾਹ ਨੇ ਸੱਚਾ ਸੌਦਾ ਕੀਤਾ, ਆਓ ਵਾਪਸ ਆਪਣੇ ਘਰਾਂ 'ਚ ਆਓ। ਤੁਹਾਨੂੰ ਤੁਹਾਡੇ ਮਾਪਿਓ ਨੇ ਪਾਲ ਪੋਸ ਕੇ ਵੱਡਾ ਕੀਤਾ ਹੈ, ਤੁਸੀਂ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰੋ। ਰੱਬ ਦੇ ਸੰਸਾਰ ਵਿੱਚ ਰੁਕਾਵਟ ਨਾ ਬਣੋ। ਰੱਬ ਆਪਣਾ ਸੰਸਾਰ ਵੱਧਦਾ ਫੁੱਲਣਾ ਦੇਖਣਾ ਚਾਹੁੰਦਾ ਹੈ, ਤੁਸੀਂ ਰੱਬ ਦੇ ਸੰਸਾਰ 'ਚ ਰੁਕਾਵਟ ਖੜੀ ਕਰ ਦਿੱਤੀ। ਜੇ ਸਾਰੇ ਤੁਹਾਡੇ ਵਰਗੇ ਜਤੀ ਜੋਗੀ ਹੋ ਜਾਣ, ਦੁਨੀਆ ਤੇ ਧਰਤੀ ਤੇ ਮਨੁੱਖਤਾ ਦੀ ਪੈਦਾਇਸ਼ ਖਤਮ ਹੋ ਜਾਏਗੀ, ਬੱਚੇ ਨਹੀਂ ਪੈਦਾ ਹੋਣਗੇ, ਸਮਾਜ ਨਹੀਂ, ਸੰਸਾਰ ਨਹੀਂ ਚੱਲੇਗਾ। ਤੁਸੀਂ ਰੱਬ ਦੇ ਰਸਤੇ 'ਚ ਰੁਕਾਵਟ ਬਣ ਗਏ ਹੋ। ਰੱਬ ਆਪਣੇ ਸੰਸਾਰ ਨੂੰ ਵੱਧਦੇ ਫੁੱਲਦੇ ਦੇਖਣਾ ਚਾਹੁੰਦਾ ਹੈ, ਤੁਸੀਂ ਰੁਕਾਵਟ ਬਣ ਗਏ। ਤੁਹਾਨੂੰ ਕਿਸੇ ਨੇ ਪਾਲ ਪੋਸ ਕੇ ਵੱਡਾ ਕੀਤਾ ਹੈ, ਅੱਜ ਤੁਹਾਡਾ ਫਰਜ਼ ਬਣਦਾ ਹੈ ਆਪਣੇ ਬੱਚਿਆਂ ਨੂੰ ਤੁਸੀਂ ਪਾਲ ਪੋਸ ਕੇ ਵੱਡਾ ਕਰੋ। ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸਿਆ ਵੱਡਾ ਕੀਤਾ, ਤੁਸੀਂ ਤੁਰ ਨਹੀਂ ਸੀ ਸਕਦੇ, ਬੋਲ ਨਹੀਂ ਸੀ ਸਕਦੇ, ਤੁਹਾਡੇ ਭੋਜਨ ਦਾ, ਤੁਹਾਡੇ ਕੱਪੜਿਆਂ ਦਾ, ਤੁਹਾਡੀ ਸਾਫ਼ ਸਫਾਈ ਦਾ ਧਿਆਨ ਰੱਖਿਆ। ਉਹ ਅੱਜ ਉਹਨਾਂ ਬਜ਼ੁਰਗ ਮਾਪਿਓ ਨੂੰ ਤੁਹਾਡੀ ਲੋੜ ਹੈ, ਅੱਜ ਤੁਸੀਂ ਉਹਨਾਂ ਦੀ ਸੇਵਾ ਕਰੋ। ਅੱਜ ਤੁਹਾਡੀ ਵਾਰੀ ਹੈ ਸੇਵਾ ਕਰਨ ਦੀ। ਔਰ ਜਿਹੜਾ ਆਦਮੀ ਆਪਣੇ ਲਈ ਦੋ ਪ੍ਰਸ਼ਾਦੇ ਨਹੀਂ ਬਣਾ ਸਕਦਾ, ਦੋ ਪ੍ਰਸ਼ਾਦੇ ਨਹੀਂ ਕਮਾ ਸਕਦਾ, ਉਹ ਸਮਾਜ ਨੂੰ ਕੀ ਦੇ ਕੇ ਜਾਏਗਾ? ਤੁਸੀਂ ਤੇ ਖੁਦ ਸਮਾਜ ਦੇ ਭਾਰ ਬਣ ਗਏ ਹੋ। ਆਓ ਸੱਚੀ ਸੁੱਚੀ ਕਿਰਤ ਕਰੋ, ਕਿਰਤ ਕਰਕੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੋ, ਕਿਸੇ ਲੋੜਵੰਦ ਗਰੀਬ ਦੀ ਮਦਦ ਕਰੋ, ਤੇ ਜੋ ਮਾਲਕ ਦੇਵੇ ਉਹਦੇ ਸ਼ੁਕਰ 'ਚ ਰਹੋ। ਚਿੱਕੜ ਤੋਂ ਬਾਹਰ ਰਹਿ ਕੇ ਤੇ ਕੋਈ ਵੀ ਸਾਫ਼ ਰਹਿ ਸਕਦਾ ਹੈ। ਸਵਾਦ ਤਾਂ ਜਿਸ ਸੰਸਾਰ ਦੇ ਵਿਕਾਰਾਂ ਦੇ ਚਿੱਕੜ ਵਿੱਚ ਰਹਿ ਕੇ ਨਿਰਲੇਪ ਰਹਿ ਕੇ ਦਿਖਾਓ, ਫਿਰ ਸਵਾਦ ਹੈ। ਦੁਨੀਆ ਦੁੱਤਰ ਸਾਗਰ ਕਹੀਏ, ਕਿਉਂ ਕਰ ਪਾਈਏ ਪਾਰੋ। ਤੇ ਗੁਰੂ ਸਾਹਿਬ ਨੇ ਬੜਾ ਵਧੀਆ ਜਵਾਬ ਦਿੱਤਾ ਸੀ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਆ, ਨਾਨਕ ਨਾਮ ਵਖਾਣੇ। ਜਿਵੇਂ ਮੁਰਗਾਬੀ ਪਾਣੀ ਵਿੱਚ ਰਹਿ ਕੇ
ਖੰਭ ਸੁੱਕੇ ਨੇ ਉਡਾਰੀ ਮਾਰਦੀ ਹੈ। ਤੁਸੀਂ ਮਾਇਆ ਵਿਕਾਰਾਂ ਦੇ ਪਾਣੀ 'ਚ ਰਹਿ ਕੇ ਵੀ ਇੰਨੇ ਸੁੱਕੇ ਅਲੇਪ ਅਛੋ ਹੋ ਜਾਓ, ਰੱਬੀ ਗੁਣਾਂ ਦੇ ਮੰਡਲਾਂ 'ਚ ਉਡਾਰੀਆਂ ਮਾਰ ਸਕੋ। ਕਮਲ ਦੀ ਤਰ੍ਹਾਂ ਚਿੱਕੜ ਵਿੱਚੋਂ ਲੈ ਕੇ ਖੁਰਾਕ ਵੀ ਲਓ, ਚਿੱਕੜ ਤੋਂ ਨਿਰਲੇਪ ਵੀ ਰਹੋ। ਇਸ ਸੰਸਾਰ ਵਿੱਚੋਂ ਆਪਣੀਆਂ ਲੋੜਾਂ ਵੀ ਪੂਰੀਆਂ ਕਰੋ ਤੇ ਉਸ ਮੋਹ ਤੋਂ ਉੱਪਰ ਵੀ ਉੱਠ ਕੇ ਰਹੋ। 3 ਗੱਲਾਂ ਸਮਝਾਈਆਂ ਉਹਨਾਂ ਸਾਧੂਆਂ ਨੂੰ। ਸੱਚੀ ਸੁੱਚੀ ਕਿਰਤ ਕਰੋ, ਵੰਡ ਕੇ ਛਕੋ ਤੇ ਰੱਬ ਦਾ ਸ਼ੁਕਰ ਕਰੋ, ਨਾਮ ਜਪੋ। ਉਹ ਸੰਤ ਨੇ ਇਹਨਾਂ ਸਾਧੂਆਂ ਨੂੰ ਚੂੜ ਕਾਣੇ ਦੀ ਜੂਹ ਚੋਂ ਕੱਢ ਕੇ ਘਰਾਂ 'ਚ ਤੋਰਿਆ ਸੀ, ਗ੍ਰਸਤੀ ਬਣਾਇਆ ਸੀ। ਅੱਜ ਵੀ ਪੰਜਾਬ ਦੀ ਧਰਤੀ ਤੇ ਇੰਗਲੈਂਡ ਦੀ ਧਰਤੀ ਤੇ ਬਹੁਤ ਸਾਰੇ ਸੰਤਰੇਣ ਪਰਿਵਾਰ ਮਿਲ ਜਾਣਗੇ। ਇਹ ਉਹੀ ਗ੍ਰਸਤੀ ਪਰਿਵਾਰ ਨੇ ਜਿਹੜੇ ਕਦੀ ਚੂੜ ਕਾਣੇ ਦੀ ਜੂਹ 'ਚ ਸਾਧੂ ਬਣ ਕੇ ਬੈਠੇ ਸਨ, ਘਰ-ਬਾਰ ਛੱਡ ਕੇ ਅੱਜ ਤੱਕ ਗ੍ਰਸਤੀ ਨੇ, ਗੁਰੂ ਨਾਨਕ ਦੀ ਸਿੱਖੀ ਨੂੰ ਨਿਭਾ ਰਹੇ ਨੇ। ਆਹ ਹੈ ਸੱਚਾ ਸੌਦਾ ਜਿਹੜਾ ਲੁਕਾ ਦਿੱਤਾ ਗਿਆ, ਜਿਹਨੂੰ ਗੁਰੂ ਅਮਰਦਾਸ ਸਾਹਿਬ ਬਾਣੀ 'ਚ ਆਖਦੇ ਨੇ, ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਪਾਰਾ ਰਾਮ। ਇਹ ਹੈ ਸੱਚਾ ਸੌਦਾ, ਰੱਬੀ ਗੁਣਾਂ ਨਾਲ ਜੁੜ ਜਾਣਾ, ਉਹਦੇ ਨਾਮ ਨਾਲ ਸਾਂਝ ਪਾਣੀ, ਸੱਚ ਦੇ ਆਧਾਰ ਤੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਕੇ ਧਰਮੀ ਬਣਨਾ। ਕੁਝ ਕਰਨਾ ਪੈਣਾ ਜੇ ਕੁਝ ਹਾਸਲ ਕਰਨਾ ਹੈ, ਸਚਿਆਰ ਬਣਨਾ ਹੈ ਤੇ ਸ਼ੁਭ ਕਰਮ ਕਰਨੇ ਪੈਣਗੇ। ਵਿਣ ਕਰਮਾਂ ਕੇ ਮਿਲਿਆ ਲਈ, ਬਿਨਾਂ ਕਰਮਾਂ ਤੋਂ ਕੁਝ ਨਹੀਂ ਮਿਲਦਾ। ਕੁਝ ਕਰਨਾ ਪਏਗਾ, ਦਇਆ ਰੱਖਣੀ ਪਏਗੀ, ਪ੍ਰੇਮ ਵੰਡਣਾ ਪਏਗਾ। ਪ੍ਰੇਮ ਵੰਡਾਂਗੇ ਤੇ ਇੱਜ਼ਤ ਸਤਿਕਾਰ ਮਾਣ ਮਿਲੇਗਾ। ਆਦਮੀ ਜਿੰਨਾ ਸਤਿਕਾਰ ਦੂਜੀਆਂ ਔਰਤਾਂ ਨੂੰ ਦਿੰਦਾ ਹੈ, ਜੇ ਉਸ ਤੋਂ ਅੱਧਾ ਸਤਿਕਾਰ ਆਪਣੀ ਪਤਨੀ ਨੂੰ ਦੇਣ ਲੱਗ ਜਾਏ ਤੇ ਘਰ ਚੋਂ ਕਲੇਸ਼ ਮੁੱਕ ਜਾਏ। ਔਰਤ ਜਿੰਨਾ ਸਤਿਕਾਰ ਦੁਨੀਆ ਦੇ ਦੂਜੇ ਆਦਮੀਆਂ ਨੂੰ ਦਿੰਦੀ ਹੈ, ਉਸ ਤੋਂ ਅੱਧਾ ਮਾਣ ਸਤਿਕਾਰ ਆਪਣੇ ਪਤੀ ਨੂੰ ਦੇਣਾ ਸ਼ੁਰੂ ਕਰ ਦੇ, ਘਰ ਚੋਂ ਕਲੇਸ਼ ਮੁੱਕ ਜਾਣ। ਜਿੰਨਾ ਪਿਆਰ ਅਸੀਂ ਦੂਜਿਆਂ ਦੇ ਬੱਚਿਆਂ ਨੂੰ ਸਤਿਕਾਰ ਦਿੰਦੇ ਹਾਂ, ਉਹ ਤੋਂ ਅੱਧਾ ਪਿਆਰ ਸਤਿਕਾਰ ਆਪਣੇ ਬੱਚਿਆਂ ਨੂੰ ਦੇਣਾ ਸ਼ੁਰੂ ਕਰ ਦਈਏ ਤੇ ਸਾਡਾ ਬੱਚਿਆਂ ਨਾਲ ਪਿਆਰ ਬਣ ਜਾਏ। ਕੁਛ ਤੇ ਕਰੀਏ। ਵਿਣ ਕਰਮਾਂ ਕੇ ਮਿਲਿਆ ਲਈ, ਜਿੰਨਾ ਚਿਰ ਸ਼ੁਭ ਗੁਣਾਂ ਨੂੰ ਧਾਰਨ ਨਹੀਂ ਕਰਾਂਗੇ, ਜਿੰਨਾ ਚਿਰ ਸ਼ੁਭ ਕਰਮ ਨਹੀਂ ਅਸੀਂ ਕਰਾਂਗੇ, ਕੀ ਪ੍ਰਾਪਤ ਕਰਾਂਗੇ? ਬਿਨਾਂ ਸ਼ੁਭ ਕਰਮਾਂ ਤੋਂ ਕੁਛ ਵੀ ਪ੍ਰਾਪਤੀ ਨਹੀਂ ਹੈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਤ ਦੇ ਵਿੱਚ ਕੀਮਤੀ ਜਵਾਹਰਾਤ ਰਤਨ ਮਾਣਕ ਪ੍ਰਗਟ ਹੋ ਜਾਂਦੇ ਨੇ ਜੇ ਇੱਕ ਗੁਰੂ ਕੀ ਸਿੱਖ ਸੁਣੀ, ਜੇ ਇੱਕ ਗੁਰੂ ਦੀ ਸਿੱਖਿਆ ਸੁਣ ਲਈ ਜਾਏ। ਗੁਰੂ ਦੀ ਸਿੱਖਿਆ ਕਹਿ ਦਿੰਦੀ ਹੈ ਤੇਰੀ ਮਤ ਵਿੱਚ ਹੀ ਕਿੰਨੇ ਰਤਨ ਜਵਾਹਰ ਮਾਣਕ ਭਰੇ ਪਏ ਨੇ, ਕੱਢ ਲੈ ਇਹਨਾਂ ਨੂੰ। ਕੋਈ ਨਹੀਂ ਕਹਿ ਸਕਦਾ ਮੇਰੇ ਅੰਦਰ ਰੱਬ ਨੇ ਜੀ ਦਇਆ ਨਹੀਂ ਪਾਈ। ਕੋਈ ਨਹੀਂ ਕਹਿ ਸਕਦਾ ਮੇਰੇ ਅੰਦਰ ਪ੍ਰੇਮ ਨਹੀਂ ਪਾਇਆ, ਮੈਂ ਕਿਸੇ ਨੂੰ ਪ੍ਰੇਮ ਨਹੀਂ ਕਰ ਸਕਦਾ। ਦੂਜੇ ਨੂੰ ਕਰ ਸਕਦਾ, ਆਪਣਿਆਂ ਨੂੰ ਨਹੀਂ ਕਰ ਰਿਹਾ। ਇਹਦਾ ਮਤਲਬ ਪ੍ਰੇਮ ਹੈ, ਉਹਦੀ ਸਹੀ ਢੰਗ ਨਾਲ ਵਰਤੋਂ ਨਹੀਂ ਕਰ ਰਿਹਾ, ਸਭ ਨੂੰ ਨਹੀਂ ਕਰ ਰਿਹਾ। ਕੋਈ ਇਹ ਨਹੀਂ ਕਹਿ ਸਕਦਾ ਕਿ ਰੱਬ ਨੇ ਮੇਰੇ ਅੰਦਰ ਮੁਸਕਰਾਹਟ ਨਹੀਂ ਪਾਈ। ਪਾਈ ਹੈ, ਪਰ ਇਹ ਮੱਥੇ ਤਿਊੜੀਆਂ ਵੱਟ ਕੇ ਬੈਠਾ ਹੋਇਆ ਹੈ, ਹੰਕਾਰ 'ਚ ਆਕੜਿਆ ਬੈਠਾ ਹੈ। ਕੋਈ ਮੈਨੂੰ ਫਤਿਹ ਬੁਲਾਏ, ਤੂੰ ਕਿਸੇ ਨੂੰ ਫਤਿਹ ਨਹੀਂ ਬੁਲਾ ਰਿਹਾ, ਤੈਨੂੰ ਕੌਣ ਬੁਲਾਏ? ਤੂੰ ਹੰਕਾਰ 'ਚ ਆਪ ਸੜ ਰਿਹਾ ਹੈ। ਗੱਲ ਕੀ? ਰਤਨ ਜਵਾਹਰ ਦੇ ਅੰਦਰ ਹੀ ਨੇ। ਕੋਈ ਨਹੀਂ ਕਹਿ ਸਕਦਾ ਕਿ ਮੇਰੇ ਅੰਦਰ ਰੱਬ ਨੇ ਸੱਚ ਨਹੀਂ ਪਾਇਆ, ਧੀਰਜ ਨਹੀਂ ਪਾਇਆ, ਸਹਿਨਸ਼ੀਲਤਾ ਨਹੀਂ ਪਾਈ। ਗੁਣ ਤੇ ਪਾਏ ਨੇ, ਵਰਤ ਨਹੀਂ ਰਹੇ ਆ। ਜਦੋਂ ਗੁਰੂ ਦੀ ਸਿੱਖਿਆ ਗਿਆਨ ਮਿਲਦਾ ਹੈ, ਉਹ ਗੁਣ ਪ੍ਰਗਟ ਹੋ ਜਾਂਦੇ ਨੇ। ਭਾਰਤ ਦੀ ਧਰਤੀ ਤੇ ਨਿਰਬਲ ਕਮਜ਼ੋਰ ਲੋਕ ਸਨ ਜਿਹੜੇ ਜ਼ੁਲਮ ਸਹਿੰਦੇ ਸਨ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਨਾਂ ਦੇ ਅੰਦਰੋਂ ਸੂਰਬੀਰਤਾ ਦਾ ਗੁਣ ਪ੍ਰਗਟ ਕੀਤਾ। ਅੰਦਰ ਹੀ ਸੀ। ਜਦੋਂ ਸੂਰਬੀਰਤਾ ਪ੍ਰਗਟ ਹੋਈ, ਉਹੀ ਬਹਾਦਰ ਸੂਰਮੇ ਬਣ ਕੇ ਜ਼ਾਲਮਾਂ ਦੀਆਂ ਦੌੜਾਂ ਉਹਨਾਂ ਨੇ ਲਵਾ ਦਿੱਤੀਆਂ। ਜ਼ਾਲਮਾਂ ਦੇ ਟੱਕਰੇ ਕੀਤੇ ਉਹਨਾਂ ਨੇ, ਵੱਡੇ ਵੱਡੇ ਬਾਦਸ਼ਾਹ ਨਾਲ ਟਕਰਾ ਗਏ। ਗੁਣ ਅੰਦਰ ਹੀ ਸਨ। ਗੁਰੂ ਦੀ ਇੱਕ ਸਿੱਖਿਆ ਸੁਣ ਕੇ ਕਮਜ਼ੋਰ ਸੂਰਬੀਰ ਹੋ ਗਏ। ਲੋਕਾਂ ਨੂੰ ਠੱਗਣ ਵਾਲੇ ਠੱਗ ਮਹਾਂਪੁਰਖ ਰੱਬੀ ਪਿਆਰੇ ਹੋ ਗਏ। ਦੁਨੀਆ ਨੂੰ ਵੰਡ ਛਕਣ ਵਾਲੇ ਹੋ ਗਏ, ਦਾਨ ਕਰਨ ਵਾਲੇ ਹੋ ਗਏ। ਜੇ ਇੱਕ ਗੁਰ ਕੀ ਸਿੱਖ ਸੁਣੀ, ਕੀਮਤੀ ਗੁਣਾਂ ਦੇ ਰਤਨ ਜਵਾਹਰ ਹਰ ਇੱਕ ਦੇ ਅੰਦਰ ਨੇ, ਪਰ ਜਦੋਂ ਕੋਈ ਗੁਰੂ ਦਾ ਗਿਆਨ ਹਾਸਲ ਕਰਦਾ ਹੈ, ਉਦੋਂ ਪ੍ਰਗਟ ਹੁੰਦੇ ਨੇ। ਗੁਰਾ ਇੱਕ ਦੇਹ ਬੁਝਾਈ, ਹੇ ਗੁਰੂ ਜੀ ਮੈਨੂੰ ਵੀ ਇੱਕ ਸਮਝ ਦੇ ਦਿਓ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੈਨੂੰ ਸਮਝ ਲੱਗ ਜਾਏ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਰੱਬ ਹੀ ਹੈ। ਮੈਂ ਜੋਸ਼ੀਆਂ ਤਾਂਤਰਿਕਾਂ ਦੇ ਪਿੱਛੇ ਨਾ ਲੱਗਾ, ਮੈਂ ਪਖੰਡੀਆਂ ਦੇ ਪਿੱਛੇ ਨਾ ਲੱਗਾ, ਮੈਂ ਇੱਕ ਦਾਤੇ ਨਾਲ ਜੁੜ ਜਾਵਾਂ। ਜਿਹਨੂੰ ਜਪਜੀ ਸਾਹਿਬ ਦੀ ਤੁਕ ਸਮਝ ਆ ਜਾਏਗੀ, ਉਹ ਦਰ-ਦਰ ਦਾ ਮੁਥਾਜ ਨਹੀਂ ਬਣੇਗਾ। ਉਹਨੂੰ ਸਮਝ ਲੱਗ ਜਾਏਗੀ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਜੇ ਮੈਂ ਦੁਨੀਆ ਵੱਲ ਦੇਖਦਾ ਵਾਂ ਤੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਇਸ ਗੱਲ ਦੀ ਸਮਝ ਆ ਜਾਏਗੀ, ਅਸੀਂ ਕਿਸੇ ਦੇ ਗੁਲਾਮ ਨਹੀਂ ਬਣਾਂਗੇ। ਸਭਨਾ ਜੀਆਂ ਕਾ ਇੱਕ ਦਾਤਾ, ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਰੱਬ ਹੀ ਤੇ ਹੈ। ਸੋ ਉਹ ਜਿਹੜਾ ਪ੍ਰਭੂ ਹੈ, ਮੈਂ ਵਿਸਰ ਨਾ ਜਾਈ, ਮੈਨੂੰ ਕਦੀ ਭੁੱਲ ਨਾ ਜਾਏ।
ਮੈਂ ਸਦਾ ਯਾਦ ਰੱਖਾਂ, ਦਾਤਾ ਸਿਰਫ ਇੱਕੋ ਹੀ ਹੈ, ਹੋਰ ਕੋਈ ਦਾਤਾ ਨਹੀਂ। ਇੱਕ ਹੀ ਦਾਤਾ ਹੈ ਜਿਹੜਾ ਸਭ ਨੂੰ ਦਾਤਾਂ ਦੇਣ ਵਾਲਾ ਹੈ। ਇਸ ਗੱਲ ਦੀ ਮੈਨੂੰ ਸਮਝ ਆ ਜਾਏ, ਯਾਦ ਆ ਜਾਏ। ਹੋਈਆਂ ਭੁੱਲਾਂ ਖਿਮਾ, ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।